ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਬ ਗੁਰ ਕਥਾ ਸੁਨਹੁ ਅਬ ਦਾਤੀ। ਕੀਰਤਪੁਰ ਕੋ ਅਧਿਕ ਸ਼ਾਹਦਸ਼ਾਹ ਇਸ ਬਿਦ ਪੀ ਬਾਤੀ। ਅਬ ਗੁਰ ਕਥਾ ਸੁਨਹੁ ਅਬ ਦਾਤੀ। ਕੀਰਤਪੁਰ ਕੋ ਅਧਿਕ ਵਸਾਇਓ। ਸਿੱਖ ਸੰਤਨ ਕੋ ਆਨੰਦ ਉਪਾਇਓ। ਸ਼ਾਹਦਸ਼ਾਹ ਇਸ ਬਿਦ ਪੀ ਬਾਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਤਰਜਾਮੀ ਕਰੁਣਾ ਨਿਧਾਨ ਦੀਨ ਦਇਆਲ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਅਕਾਲ ਪੁਰਖ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਕਿਰਪਾਲਤਾ ਸਦਕਾ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਾਮ ਦੇ ਸਮੇਂ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਗੁਰਬਾਣੀ ਦੇ ਮਨੋਹਰ ਕੀਰਤਨ ਸੁਣ ਕੇ ਆਪ ਸੰਗਤਾਂ ਨੇ ਲਾਹਾ ਪ੍ਰਾਪਤ ਕੀਤਾ ਹੈ। ਆਓ ਹੁਣ ਕਥਾ ਵਿਚਾਰ ਸਰਵਣ ਕਰੀਏ। ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿਛਲੇ ਦੀਵਾਨਾਂ ਵਿੱਚ ਸਰਵਣ ਕਰਾਏ ਜਾ ਰਹੇ ਸਨ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਜੀਵਨ ਕਾਲ ਦੌਰਾਨ ਚੌਥਾ ਜੰਗ ਜੋ ਸਤਿਗੁਰਾਂ ਦਾ ਚੜ੍ਹ ਕੇ ਆਈਆਂ ਹੋਈਆਂ ਫੌਜਾਂ ਸ਼ਾਹਜਹਾਨ ਬਾਦਸ਼ਾਹ ਦੇ ਨਾਲ ਹੋਇਆ, ਉਹ ਜੰਗ ਕਰਤਾਰਪੁਰ ਵਾਲਾ ਫਤਿਹ ਕਰਕੇ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਰਿਵਾਰ ਦੇ ਸੰਬੰਧੀਆਂ ਔਰ ਸਿੱਖ ਸੂਰਮਿਆਂ ਦੀਆਂ ਫੌਜਾਂ ਸਮੇਤ ਪਹੁੰਚੇ ਨੇ। ਉੱਥੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੁੱਢਣ ਸ਼ਾਹ ਫਕੀਰ ਨੂੰ ਦਰਸ਼ਨ ਦਿੱਤੇ ਹੈ। ਸਤਿਗੁਰਾਂ ਦੀ ਹਜ਼ੂਰੀ ਵਿੱਚ ਹੀ ਸਤਿਗੁਰੂ ਜੀ ਦੇ ਦਰਸ਼ਨ ਕਰਦਿਆਂ ਹੋਇਆ ਫਕੀਰ ਬੁੱਢਣ ਸ਼ਾਹ ਨੇ ਆਪਣਾ ਪੰਜ ਭੌਤਿਕ ਸਰੀਰ ਤਿਆਗਿਆ। ਜਿਸ ਮਜ਼ਹਬ ਦੇ ਨਾਲ ਉਹ ਸੰਬੰਧ ਰੱਖਦਾ ਸੀ ਉਸੇ ਅਨੁਸਾਰ ਉਸ ਦੀ ਅੰਤਿਮ ਕਿਰਿਆ ਧਰਤੀ ਦੇ ਵਿੱਚ ਜੋ ਦਫਨਾਉਣ ਦੀ ਉਹ ਕਰਵਾਈ ਹੈ। ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਾਵਨ ਅਸਥਾਨ ਤੇ ਫਿਰ ਆਏ ਨੇ। ਸਤਿਗੁਰਾਂ ਦੇ ਉੱਥੇ ਰਹਿਣ ਬਾਬਤ ਕਵੀ ਜੀ ਨੇ ਵਚਨ ਸੁਣਾਏ ਹੈ ਕਿ ਜਿਵੇਂ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਸਾਹਿਬਜ਼ਾਦਾ ਬਾਬਾ ਗੁਰਦਿੱਤਾ ਜੀ ਨੂੰ ਆਗਿਆ ਕੀਤੀ ਸੀ, ਉਸੇ ਤਰ੍ਹਾਂ ਹੀ ਬਾਬਾ ਗੁਰਦਿੱਤਾ ਜੀ ਨੇ ਬਹੁਤ ਸੁੰਦਰ ਕੀਰਤਪੁਰ ਸਾਹਿਬ ਨਾਮ ਦਾ ਨਗਰ ਵਸਾਇਆ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦਰਸ਼ਨ ਦਿੱਤੇ ਸਨ ਬੁੱਢਣ ਸ਼ਾਹ ਫਕੀਰ ਨੂੰ। ਬਾਬਾ ਗੁਰਦਿੱਤਾ ਜੀ ਵੀ ਫਕੀਰ ਨੂੰ ਜਾ ਕੇ ਮਿਲੇ ਸਨ। ਫਕੀਰ ਨੇ ਬਾਬਾ ਜੀ ਨੂੰ ਬਚਨ ਕੀਤਾ ਸੀ ਕਿ ਜਦੋਂ ਤੁਸੀਂ ਸਰੀਰ ਛੱਡਣਾ ਹੈ, ਮੇਰੇ ਇਸ ਥਾਂ ਤੋਂ ਨੇੜੇ ਹੀ ਤੁਹਾਡਾ ਵੀ ਅਸਥਾਨ ਹੋਵੇ। ਬਾਬਾ ਗੁਰਦਿੱਤਾ ਜੀ ਨੇ ਇਸ ਤਰ੍ਹਾਂ ਕਿਹਾ ਕਿ ਇਵੇਂ ਹੋਵੇਗਾ। ਕਵੀ ਜੀ ਨੇ ਕੀਰਤਪੁਰ ਸਾਹਿਬ ਦੇ ਵਿੱਚ ਜਿਵੇਂ ਸਤਿਗੁਰਾਂ ਨੇ ਨਿਵਾਸ ਕੀਤਾ ਉਹ ਵਚਨ ਸੁਣਾਏ ਹੈ ਤੇ ਨਾਲ ਸ਼ਾਹਜਹਾਨ ਨੂੰ ਜਿਵੇਂ ਖਬਰ ਮਿਲਦੀ ਹੈ ਉਹ ਵੀ ਕਥਾ ਸਰਵਣ ਕਰਾਈ ਹੈ ਕਿ ਸ਼ਾਹਜਹਾਨ ਬਾਦਸ਼ਾਹ ਨੂੰ ਇਹ ਖਬਰ ਪਹੁੰਚੀ ਕਿ ਜਿਹੜੀ ਤੁਸੀਂ
ਫੌਜ ਆਪਣੀ ਭੇਜੀ ਸੀ। ਬਹੁਤ ਸਾਰੀ ਫੌਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕਰਤਾਰਪੁਰ ਵਿਖੇ ਮਾਰ ਦਿੱਤੀ ਹੈ। ਹਾਰ ਹੋਈ ਹੈ ਤੁਹਾਡੀ, ਇਸ ਗੱਲ ਦਾ ਪਤਾ ਲੱਗਿਆ ਹੈ। ਬਾਦਸ਼ਾਹ ਬਹੁਤ ਗੁੱਸੇ ਵਿੱਚ ਆਇਆ, ਪਰ ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਬਾਦਸ਼ਾਹ ਦੇ ਕੋਲ ਸੀ। ਬਾਦਸ਼ਾਹ ਦਾ ਨੁਕਸਾਨ ਦੱਸਿਆ ਹੈ ਕਿ ਕਈ ਵਾਰ ਤੁਸੀਂ ਜੰਗ ਕਰਨ ਵਾਸਤੇ ਆਪਣੀਆਂ ਫੌਜਾਂ ਭੇਜੀਆਂ, ਪਰ ਫਿਰ ਵੀ ਤੁਹਾਡਾ ਹੀ ਨੁਕਸਾਨ ਹੋਇਆ ਹੈ। ਇਸ ਲਈ ਜਿਵੇਂ ਤੁਹਾਡੇ ਵਡੇਰੇ ਬਾਬਰ ਬਾਦਸ਼ਾਹ, ਹਮਾਯੂ ਬਾਦਸ਼ਾਹ, ਅਕਬਰ ਬਾਦਸ਼ਾਹ ਅਤੇ ਬਾਅਦ ਵਿੱਚ ਜਹਾਂਗੀਰ ਭਾਵੇਂ ਕਿ ਮੁਤੱਸਬੀਆਂ ਦੇ ਨਿੰਦਕਾਂ ਦੇ ਪਿੱਛੇ ਲੱਗ ਕਰਕੇ ਗੁਰੂ ਘਰ ਦੇ ਨਾਲ ਵੈਰ ਕਮਾਉਂਦਾ ਰਿਹਾ, ਪਰ ਅਖੀਰ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਅੱਗੇ ਉਸ ਨੂੰ ਝੁਕਣਾ ਪਿਆ ਸੀ। ਤਾਂ ਹੀ ਉਸਨੇ ਆਪਣੇ ਦੀਵਾਨ ਚੰਦੂ ਨੂੰ ਸਤਿਗੁਰਾਂ ਦੇ ਹਵਾਲੇ ਕਰ ਦਿੱਤਾ ਸੀ। ਸਤਿਗੁਰਾਂ ਦੇ ਘਰ ਅੱਗੇ ਤੁਹਾਡੇ ਵਡੇਰੇ ਝੁਕਦੇ ਰਹੇ ਹਨ, ਤੁਹਾਨੂੰ ਵੀ ਝੁਕ ਜਾਣਾ ਚਾਹੀਦਾ ਹੈ। ਵਜ਼ੀਰ ਖਾਨ ਦੀ ਰਸਨਾ ਤੋਂ ਸਤਿਗੁਰਾਂ ਦੇ ਘਰ ਦੀ ਵਡਿਆਈ ਸੁਣ ਕੇ ਬਾਦਸ਼ਾਹ ਨੇ ਸਤਿਗੁਰਾਂ ਨੂੰ ਚੇਤੇ ਕਰਕੇ ਭੁੱਲ ਦੀ ਮੁਆਫੀ ਮੰਗੀ ਹੈ ਸ਼ਾਹਜਹਾਨ ਨੇ। ਇਸੇ ਤਰ੍ਹਾਂ ਉਸੇ ਸਮੇਂ ਵਿੱਚ ਧੀਰਮਲ ਦੀ ਭੇਜੀ ਹੋਈ ਚਿੱਠੀ ਵੀ ਪਹੁੰਚੀ ਹੈ। ਵਜ਼ੀਰ ਖਾਨ ਨੇ ਪੜ੍ਹ ਕੇ ਜਾਣਿਆ ਹੈ ਕਿ ਇਹ ਤਾਂ ਗੁਰੂ ਸਾਹਿਬ ਜੀ ਤੋਂ ਵਿਮੁਖ ਹੋ ਰਿਹਾ ਹੈ, ਬਾਦਸ਼ਾਹ ਦਾ ਪੱਖ ਕਰ ਰਿਹਾ ਹੈ। ਇਸ ਲਈ ਪੂਰੀ ਇਸ ਦੀ ਜੋ ਕਹੀ ਹੋਈ ਗੱਲ ਲਿਖੀ ਹੋਈ ਹੈ ਇਹ ਕੀ ਦੱਸਣੀ ਹੈ। ਆਪਣੀ ਵੱਲੋਂ ਬਾਦਸ਼ਾਹ ਨੂੰ ਦੱਸ ਦਿੱਤਾ ਹੈ ਕਿ ਉਸਨੇ ਲਿਖਿਆ ਹੋਇਆ ਹੈ ਕਿ ਜਿੰਨੀਆਂ ਫੌਜਾਂ ਤੁਹਾਡੀਆਂ ਮਰੀਆਂ ਨੇ, ਘੋੜੇ ਮਰੇ ਹਨ ਜੰਗ ਦੇ ਮੈਦਾਨ ਵਿੱਚ, ਜਾਣੋ ਪਾਉਣ ਦੇ ਹੀ ਉਹ ਖੱਲੜੇ ਭਰੇ ਹੋਏ ਸਨ। ਤੁਹਾਨੂੰ ਕਿਹੜਾ ਕਿਸੇ ਪਦਾਰਥ ਦਾ ਘਾਟਾ ਹੈ। ਇਸ ਪ੍ਰਕਾਰ ਗੱਲਾਂ ਕਰਕੇ ਵਜ਼ੀਰ ਖਾਨ ਨੇ ਸ਼ਾਹਜਹਾਨ ਨੂੰ ਗੁਰੂ ਘਰ ਦੇ ਪ੍ਰਤੀ ਸ਼ਰਧਾਵਾਨ ਕੀਤਾ ਹੈ। ਇਸ ਪ੍ਰਕਾਰ ਜੋ ਕਥਾ ਵਿਚਾਰ ਕਵੀ ਭਾਈ ਸੰਤੋਖ ਸਿੰਘ ਜੀ ਨੇ ਵਿਸਥਾਰ ਸਹਿਤ ਇਸ ਗ੍ਰੰਥ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖੀ ਹੋਈ ਹੈ, ਪਿੱਛੇ ਆਪ ਸੰਗਤਾਂ ਨੇ ਸਰਵਣ ਕੀਤੀ ਹੈ। ਅੱਗੇ ਜਿਸ ਤਰ੍ਹਾਂ ਕਥਾ ਵਿਚਾਰ ਆ ਰਹੀ ਹੈ, ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਜਿਵੇਂ ਕੀਰਤਪੁਰ ਸਾਹਿਬ ਵਿਖੇ ਨਿਵਾਸ ਕਰ ਰਹੇ ਨੇ, ਆਓ ਉਹ ਕਥਾ ਵਿਚਾਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਰੂਪ ਦਾ ਧਿਆਨ, ਛੇਵੇਂ ਸਰੂਪ ਦਾ ਕਰਦਿਆਂ ਹੋਇਆ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਾਹਦਸ਼ਾਹ ਇਸ ਵਿਦ ਭੀ ਬਾਤੀ। ਜੋ ਸ਼ਾਹਜਹਾਨ ਵੱਲ ਜਿਸ ਤਰ੍ਹਾਂ ਗੱਲਬਾਤ ਹੋਈ ਸੀ, ਵਜ਼ੀਰ ਖਾਨ ਨੇ ਜਿਵੇਂ ਗੁਰੂ ਘਰ ਦੀ ਵਡਿਆਈ ਸ਼ਾਹਜਹਾਨ ਨੂੰ ਸਰਵਣ ਕਰਾਈ, ਉਹ ਗੱਲ ਤੁਸਾਂ ਸਰਵਣ ਕੀਤੀ ਹੈ। ਅਬ ਗੁਰ ਕਥਾ ਸੁਨਹੁ ਅਬ ਦਾਤੀ। ਤੇ ਹੇ ਸਰੋਤਾ ਜਨੋ, ਕਥਾ ਸੁਣਨ ਦੇ ਪ੍ਰੇਮੀਓ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜੋ ਸ੍ਰੇਸ਼ਟ ਉੱਤਮ ਕਥਾ ਹੈ ਉਹ ਅੱਗੇ ਤੁਸੀਂ ਸਰਵਣ ਕਰੋ। ਕੀਰਤਪੁਰ ਕੋ ਅਦਕ ਵਸਾਇਓ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਕੀਰਤਪੁਰ ਸਾਹਿਬ ਨਗਰ ਨੂੰ ਬਹੁਤਾ ਵਿਸਥਾਰ ਦੇ ਸਹਿਤ ਵਸਾਇਆ। ਸਿੱਖ ਸੰਤਨ ਕੋ ਆਨੰਦ ਉਪਾਇਓ। ਤੇ ਜਿਸ ਵਿੱਚ ਵਸਣ ਵਾਲਿਆਂ ਸਿੱਖਾਂ ਨੂੰ, ਸੰਤਾਂ ਨੂੰ ਆਨੰਦ ਬਖਸ਼ਿਸ਼ ਕੀਤਾ ਹੈ। ਕਿਉਂਕਿ ਜਿਹੜਾ ਗੁਰੂ ਕੀ ਨਗਰੀ ਵਿੱਚ ਨਿਵਾਸ ਕਰ ਲਵੇ, ਜਿਸ ਨੂੰ ਗੁਰੂ ਸਾਹਿਬ ਜੀ ਦੀ ਨਗਰੀ ਵਿੱਚ ਨਿਵਾਸ ਭਾਵਨਾ ਸਹਿਤ ਪ੍ਰਾਪਤ ਹੋ ਜਾਵੇ, ਸਤ ਸੰਗਤ ਕਰਨ ਲੱਗ ਪਏ, ਉਸ ਵਾਸਤੇ ਤਾਂ ਸੱਚਖੰਡ ਦੀ ਹੀ ਪ੍ਰਾਪਤੀ ਜਾਣੋ ਇਸ ਧਰਤੀ ਦੇ ਉੱਪਰ ਹੋ ਜਾਂਦੀ ਹੈ। ਇਸ ਲਈ ਬੜੇ ਹੀ ਸੁਖ ਆਨੰਦ ਦੇ ਸਹਿਤ ਉਹ ਵਸਣ ਵਾਲੇ ਵਸੇ ਹਨ, ਜਿਹੜੇ ਨਿਤਾ ਪ੍ਰਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੰਗਤ ਵੀ ਧਰਮਸ਼ਾਲਾ ਦੇ ਵਿੱਚ ਪਹੁੰਚ ਕਰਕੇ ਕਰਦੇ ਹਨ। ਕਬਹੁ ਜਾਏ ਗੁਰ ਕਰਹਿ ਅਖੇਰੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਾ ਕੇ ਸੰਗਤ ਕਰਦੇ, ਦਰਸ਼ਨ ਕਰਦੇ ਨੇ,
ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਬਤ ਸਰਵਣ ਕਰੋ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਦੇ ਕਦੇ ਆਪਣੀ ਮੌਜ ਦੇ ਵਿੱਚ ਕੀਰਤਪੁਰ ਸਾਹਿਬ ਤੋਂ ਚੱਲ ਕਰਕੇ ਸੂਰਮਿਆਂ ਦੇ ਸਮੇਤ ਘੋੜਿਆਂ ਤੇ ਸਵਾਰ ਹੋ ਕਰਕੇ ਸ਼ਿਕਾਰ ਦੇ ਬਹਾਨੇ ਬਾਹਰ ਵਿਚਰਨਾ ਕਰਦੇ ਜੀਵਾਂ ਦੀ ਕਲਿਆਣ ਕਰਦੇ ਹਨ। ਹੋਏ ਬਿਹੰਗ ਮ੍ਰਿਗ ਮੁਕਤ ਕਨੇਰਾ। ਤੇ ਕਵੀ ਭਾਈ ਸੰਤੋਖ ਸਿੰਘ ਜੀ ਦੱਸਦੇ ਹਨ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਜਿਵੇਂ ਜਿਨ੍ਹਾਂ ਦਾ ਸ਼ਿਕਾਰ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਕਰਦੇ ਹਨ, ਉਹ ਜਿਹੜੇ ਜਾਨਵਰ ਹਨ, ਉਹ ਪੰਛੀ ਆਦਿਕ ਔਰ ਜਿੰਨੇ ਵੀ ਮ੍ਰਿਗ ਹਰਨ ਆਦਿਕ ਹਨ, ਜਿਨ੍ਹਾਂ ਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਿਕਾਰ ਕਰਦੇ ਆ, ਉਹਨਾਂ ਨੂੰ ਮੁਕਤ ਕਰਦੇ ਹਨ। ਬਹੁ ਸੰਗਤ ਦਰਸ਼ਨ ਕੋ ਆਵੇ। ਤੇ ਬਹੁਤ ਸਾਰੀ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਆਉਂਦੀ ਹੈ। ਧਨੀ ਮਸੰਦ ਦਰਬ ਬਹੁ ਲਿਆਵੇ। ਇਹ ਧੰਨਵਾਨ ਜਿਹੜੇ ਸਿੱਖ ਸੇਵਕ ਉਹ ਵੀ ਮਹਾਰਾਜ ਸਾਹਿਬ ਜੀ ਦੇ ਪਾਸ ਆਉਂਦੇ ਆ। ਜਿਹੜੇ ਧੰਨਵਾਨ ਨੇ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਧਨ ਬਖਸ਼ਿਆ ਹੈ, ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਬਹੁਤਾ ਧਨ ਭੇਟਾ ਕਰਨ ਵਾਸਤੇ ਆਉਂਦੇ ਆ। ਨਹੀਂ ਤਾਂ ਕਈ ਜਿਹੜੇ ਮਾਇਆ ਦੇ ਮੋਹ ਦੇ ਵਿੱਚ ਜ਼ਿਆਦਾ ਗਲਤਾਨ ਹੋਣ, ਉਹਨਾਂ ਦੇ ਕੋਲ ਜਿੰਨਾ ਹੀ ਧਨ ਵੱਧਦਾ ਜਾਂਦਾ ਹੈ, ਉਹਨੇ ਉਹ ਧਨ ਦੇ ਨਾਲ ਲੋਭੀ ਹੁੰਦੇ ਜਾਂਦੇ ਨੇ। ਜ਼ਿਆਦਾ ਉਹਨਾਂ ਨੂੰ ਧਨ ਦੀ ਕੰਜੂਸੀ ਆਉਂਦੀ ਜਾਂਦੀ ਹੈ ਕਿ ਕਿਤੇ ਹੋਰ ਨਹੀਂ ਅਸੀਂ ਵਰਤਣਾ, ਧਰਮ ਦੇ ਕਾਰਜ ਵਾਸਤੇ, ਗੁਰੂ ਘਰ ਦੀ ਸੇਵਾ ਵਾਸਤੇ ਨਹੀਂ ਵਰਤਣਾ। ਪਰ ਜਿਹੜੇ ਸਾਧ ਸੰਗਤ ਗੁਰਸਿੱਖ ਹੁੰਦੇ ਆ ਨਾ, ਉਹਨਾਂ ਨੂੰ ਜਿੰਨਾ ਧਨ ਵੱਧ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਆ, ਉਹਨਾਂ ਵੱਧ ਉਹ ਸੇਵਾ ਵਿੱਚ ਹਿੱਸਾ ਪਾਉਂਦੇ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਜਿਹੜੇ ਧਨੀ ਸਿੱਖ ਸੇਵਕ ਆਉਂਦੇ ਆ ਔਰ ਮਸੰਦ ਸੇਵਕ ਸਿੱਖ ਆਉਂਦੇ ਹਨ। ਬਹੁਤ ਸੰਗਤਾਂ ਦੇ ਪਾਸੋਂ ਜਿਹੜੀਆਂ ਸੰਗਤਾਂ ਸਮੇਂ ਸਿਰ ਛੇਤੀ ਪਹੁੰਚ ਨਹੀਂ ਸਕਦੀਆਂ ਗੁਰੂ ਸਾਹਿਬ ਜੀ ਦੇ ਪਾਸ, ਦੂਰ ਦਰਾਡੇ ਇਲਾਕਿਆਂ ਵਿੱਚ ਰਹਿਣ ਵਾਲੀਆਂ, ਉਹਨਾਂ ਦੇ ਪਾਸੋਂ ਧਨ ਇਕੱਠਾ, ਉਹਨਾਂ ਤੋਂ ਉਗਰਾਹੀ ਇਕੱਠੀ ਕਰਕੇ ਉਹ ਵੀ ਲੈ ਕੇ ਪਹੁੰਚਦੇ ਹਨ ਪਾਸ ਸਤਿਗੁਰਾਂ ਦੇ। ਚਾਰੋਂ ਦਿਸ਼ ਤੇ ਗੁਰ ਕੀਤਾ। ਤੇ ਚਾਰੇ ਦਿਸ਼ਾਵਾਂ ਤੋਂ ਪੂਰਬ, ਪੱਛਮ, ਉੱਤਰ, ਦੱਖਣ ਦੇ ਇਲਾਕਿਆਂ ਵੱਲੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਸੇਵਕਾਂ ਵੱਲੋਂ ਕਾਰ ਭੇਟਾ ਪਹੁੰਚਦੀ ਹੈ। ਨਿਤ ਪ੍ਰਤ ਆਵਹਿ ਦਰਬ ਉਦਾਰ। ਇਹ ਨਿਤਾ ਪ੍ਰਤੀ ਸ੍ਰੇਸ਼ਟ ਬਹੁਤ ਜ਼ਿਆਦਾ ਬਹੁਤਾ ਧਨ ਸਤਿਗੁਰਾਂ ਦੇ ਪਾਸ ਆਉਂਦਾ। ਰਾਤ ਦਿਵਸ ਹੋਏ ਦੀਰਘ ਦੇਗ। ਤੇ ਦਿਨ ਰਾਤ ਹੀ ਬਹੁਤੀ ਦੇਗ ਚੱਲਦੀ ਹੈ। ਲੰਗਰ ਦੇ ਕਾਰਜ ਚੱਲਦੇ ਹਨ, ਲੰਗਰ ਵਰਤਦਾ ਹੈ। ਇੱਥੇ ਕਵੀ ਜੀ ਦੱਸਦੇ ਰਾਤ ਦਿਨ ਹੀ, ਕਿਉਂਕਿ ਜਿਹੜੀਆਂ ਦੂਰੋਂ ਸੰਗਤਾਂ ਆਉਂਦੀਆਂ ਹਨ, ਉਹ ਆਪਣੇ ਸਮੇਂ ਅਨੁਸਾਰ ਚੱਲ ਕਰਕੇ ਕਈ ਸੰਗਤਾਂ ਰਾਤ ਨੂੰ ਵੀ ਪਹੁੰਚਦੀਆਂ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ। ਇਸ ਕਰਕੇ ਜਦੋਂ ਵੀ ਸੰਗਤ ਪਹੁੰਚਦੀ ਹੈ, ਗੁਰੂ ਘਰ ਵਿੱਚੋਂ ਉਹਨਾਂ ਨੂੰ ਲੰਗਰ ਪ੍ਰਾਪਤ ਹੁੰਦਾ ਹੈ। ਭਜਿਓ ਜੰਗ ਰਹਿ ਬਿਨ ਉਦਵੇਗ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੰਗ ਕਰਨ ਦਾ ਜੋ ਹੁਣ ਖਿਆਲ ਉਹ ਸੰਕੋਚਿਆ ਹੈ, ਕਿਉਂਕਿ ਬਾਦਸ਼ਾਹ ਵੱਲੋਂ ਹੁਣ ਆਉਣ ਦੀ ਕੋਈ ਅਗਾਂਹ ਦੁਬਾਰਾ ਜੰਗ ਕਰਨ ਵਾਸਤੇ ਛੇਤੀ ਤਿਆਰੀ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਜੋ ਜੰਗ ਕਰਨ ਵਾਸਤੇ ਪੂਰੀ ਤਿਆਰੀ ਅੱਗੋਂ ਕਰਨ ਦਾ ਖਿਆਲ ਹੈ, ਉਹ ਸੰਕੋਚਿਆ ਹੈ। ਮੇਲਾ ਲੱਗਿਓ ਰਹਿ ਦਰਬਾਰ। ਤੇ ਹਰ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਸੰਗਤਾਂ ਦੀ ਇਕੱਤਰਤਾ ਹੁੰਦੀ, ਜੋੜ ਮੇਲੇ ਹੁੰਦੇ ਰਹਿੰਦੇ। ਮਹਾਰਾਜ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਸੰਗਤਾਂ ਆਉਂਦੀਆਂ ਜਾਂਦੀਆਂ ਹਨ। ਦਰਸ਼ਨ ਦੇਖੇ ਆਨੰਦ ਉਦਾਰ। ਤੇ ਜਿਹੜੇ ਦਰਸ਼ਨ ਦੇਖਦੇ ਆ, ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਨੇ ਸ੍ਰੇਸ਼ਟ ਭਾਵਨਾ ਦੇ ਨਾਲ, ਉਹਨਾਂ ਨੂੰ ਬਹੁਤਾ ਆਨੰਦ ਪ੍ਰਾਪਤ ਹੁੰਦਾ ਹੈ। ਕਥਾ ਕੀਰਤਨ ਦਿਨ ਪ੍ਰਤ ਹੋਏ। ਤੇ ਦਿਨ ਪ੍ਰਤੀ ਦਿਨ ਹਰ ਰੋਜ਼ ਮਹਾਰਾਜ ਸਾਹਿਬ ਜੀ ਦੇ ਪਾਸ ਗੁਰਬਾਣੀ, ਇਤਿਹਾਸ ਆਦਿਕ ਦੀ ਜੋ ਕਥਾ ਹੈ ਉਹ ਨਿਤਾ ਪ੍ਰਤੀ ਹੁੰਦੀ ਹੈ। ਔਰ ਕੀਰਤਨ ਵੀ ਗੁਰੂ ਕੀ ਬਾਣੀ ਦਾ ਹੁੰਦਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਐਸੀ ਸੰਗਤ ਹੁੰਦੀ ਹੈ। ਸੁਨ ਸੁਨ ਮਨ ਨਿਰਮਲ ਸਭ ਕੋਏ। ਤੇ ਸਭ ਕੋਈ ਸੰਗਤਾਂ ਜੋ ਸਰਵਣ ਕਰਦੀਆਂ ਨੇ ਕਥਾ ਕੀਰਤਨ,
ਉਹਨਾਂ ਦੇ ਮਨ ਕਥਾ ਕੀਰਤਨ ਸੁਣ ਕੇ ਨਿਰਮਲ ਉਜਲ ਹੁੰਦੇ ਹਨ। ਇੱਕ ਦਿਨ ਬੈਠੇ ਸਭਾ ਲਗਾਏ, ਤੇ ਇੱਕ ਦਿਨ ਦੀ ਵਾਰਤਾ ਸੰਗਤ ਜੀ ਸਰਵਣ ਕਰੋ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਵਾਨ ਸਜਾ ਕੇ ਬੈਠੇ ਹੋਏ। ਦੂਰ ਦੇਸ਼ ਤੇ ਦਵੈ ਸਿੱਖ ਆਏ, ਤੇ ਸਤਿਗੁਰਾਂ ਦੇ ਪਾਸ ਦੂਰ ਦੇਸ਼ ਦੂਰਲੇ ਜਿਹੜੇ ਦੂਰ ਦੁਰਾਡੇ ਦੇ ਇਲਾਕੇ ਵਿੱਚੋਂ 2 ਸਿੱਖ ਚੱਲ ਕੇ ਮਹਾਰਾਜ ਸਾਹਿਬ ਦੇ ਪਾਸ ਪਹੁੰਚੇ ਹਨ। ਤਹਿ ਕੀ ਸੰਗਤ ਲਿਖ ਅਰਦਾਸ, ਤੇ ਉੱਥੋਂ ਆਏ ਹਨ ਜਿੱਥੇ ਉਹ ਜਿਸ ਇਲਾਕੇ ਵਿੱਚ ਰਹਿੰਦੇ ਹੈ ਉੱਥੋਂ ਦੀਆਂ ਸੰਗਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਪ੍ਰੇਮ ਕਰਨ ਵਾਲੀਆਂ ਹਨ। ਜੋ ਉਹਨਾਂ ਸੰਗਤਾਂ ਨੇ ਅਰਦਾਸ ਬੇਨਤੀ ਲਿਖ ਕੇ ਦੋਵਾਂ ਸਿੱਖਾਂ ਦੇ ਹੱਥ ਭੇਜੀ ਹੈ। ਪਹੁੰਚਾਈ ਸਤਿਗੁਰ ਕੇ ਪਾਸ, ਤੇ ਉਹ ਸਿੱਖਾਂ ਦੇ ਰਾਹੀਂ ਸਤਿਗੁਰਾਂ ਦੇ ਪਾਸ ਆਪਣੀ ਵੱਲੋਂ ਅਰਦਾਸ ਬੇਨਤੀ ਲਿਖੀ ਹੋਈ ਸੰਗਤਾਂ ਨੇ ਪਹੁੰਚਾ ਦਿੱਤੀ ਹੈ। ਘਰ ਬੰਧਨ ਧਰ ਦੀਨ ਅਗਾਰੀ, ਸਿੱਖਾਂ ਦੇ ਰਾਹੀਂ ਸਤਿਗੁਰਾਂ ਦੇ ਪਾਸ ਜਦੋਂ ਅਰਦਾਸ ਬੇਨਤੀ ਲਿਖੀ ਹੋਈ ਚਿੱਠੀ ਦੇ ਵਿੱਚ ਉਹ ਪੱਤਰ ਰੱਖਿਆ ਹੈ ਸਿੱਖਾਂ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ। ਖੋਲ ਸੋ ਪਠੀ ਹਕੀਕਤ ਸਾਰੀ, ਤੇ ਉਸ ਖਤ ਨੂੰ ਖੋਲ ਕਰਕੇ ਉਸ ਵਿੱਚੋਂ ਜੋ ਹਕੀਕਤ ਲਿਖੀ ਹੋਈ ਹੈ, ਜੋ ਬੇਨਤੀ ਲਿਖੀ ਹੈ, ਉਹ ਸਭ ਪੜ੍ਹੀ ਹੈ। ਸ਼੍ਰੀ ਸਤਿਗੁਰ ਤੁਮ ਹੋ ਬਸ ਪ੍ਰੇਮ, ਤੇ ਇਸ ਤਰ੍ਹਾਂ ਬੇਨਤੀ ਉਸ ਖਤ ਵਿੱਚ ਲਿਖੀ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਪ੍ਰੇਮ ਦੇ ਵਸੀਕਾਰ ਹੋ। ਜਿਹੜੇ ਵੀ ਸਿੱਖ ਸੇਵਕ ਤੁਹਾਡੇ ਨਾਲ ਪ੍ਰੇਮ ਕਰਦੇ ਹਨ ਉਹਨਾਂ ਦੇ ਉੱਪਰ ਆਪ ਜੀ ਪ੍ਰਸੰਨ ਹੁੰਦੇ ਹੋ। ਪਹੁੰਚੋ ਸਿੱਖਨ ਢਿੱਗ ਦੇਹੋ ਛੇਮ, ਤੇ ਆਪ ਜੀ ਕਿਰਪਾ ਕਰਕੇ ਸਾਡੀ ਸਿੱਖਾਂ ਸੇਵਕਾਂ ਦੀ ਬੇਨਤੀ ਪ੍ਰਵਾਨ ਕਰਕੇ ਸਾਡੇ ਪਾਸ ਪਹੁੰਚ ਕੇ ਸਾਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕਰੋ। ਇਹੋ ਸਭ ਦੇਸ਼ ਦਾਸ ਗੁਰ ਕੇਰਾ, ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਦੇਸ਼ ਜੋ ਹੈ ਇੱਥੇ ਵਸਣ ਵਾਲੇ ਸਿੱਖ ਸੇਵਕ ਤੁਹਾਡੇ ਰਹਿੰਦੇ ਹਨ। ਜਿੰਨੀਆਂ ਸੰਗਤਾਂ ਰਹਿੰਦੀਆਂ ਤੁਹਾਡਾ ਦਾਸਾ ਭਾਵ ਧਾਰਨ ਕਰਕੇ ਰੱਖਦੀਆਂ ਨੇ। ਤੁਹਾਡੇ ਦਾਸ ਬਣ ਕੇ ਸਭ ਸਿੱਖ ਸੇਵਕ ਸਿੱਖ ਪਰਿਵਾਰ ਰਹਿੰਦੇ ਹਨ। ਚਾਹਤ ਹੈ ਇਤ ਦਰਸ਼ਨ ਹੇਰਾ, ਤੇ ਇਸ ਲਈ ਆਪ ਜੀ ਦੇ ਨਾਲ ਪ੍ਰੇਮ ਕਰਨ ਵਾਲੇ ਜਿੰਨੇ ਸਿੱਖ ਪਰਿਵਾਰ ਰਹਿੰਦੇ ਹੈ ਉਹ ਇੱਧਰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਨ ਕਿ ਆਪ ਜੀ ਇੱਥੇ ਆਣ ਕੇ ਸਾਨੂੰ ਦਰਸ਼ਨ ਦਿਓ। ਆਪਣੋ ਘਰ ਪਾਵਨ ਕੋ ਕਰੈ, ਤੇ ਜਿਸ ਕਰਕੇ ਤੁਹਾਡੇ ਪਾਵਨ ਪਵਿੱਤਰ ਚਰਨ ਕਮਲ ਆਪਣੇ ਘਰਾਂ ਦੇ ਵਿੱਚ ਪਵਾ ਕਰਕੇ ਆਪਣੇ ਘਰਾਂ ਨੂੰ ਪਵਿੱਤਰ ਕਰਾ ਲਵਾਂਗੇ ਅਸੀਂ। ਰਾਵਰ ਕੇ ਪਾਵਨ ਜਬ ਪਰੈ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਚਰਨ ਕਮਲ ਸਾਡੇ ਘਰਾਂ ਵਿੱਚ ਪੈ ਜਾਣਗੇ ਤਾਂ ਸਾਡੇ ਘਰ ਪਵਿੱਤਰ ਹੋਣਗੇ। ਸੁਨ ਸਤਿਗੁਰ ਸ਼੍ਰੀ ਮੁਖ ਮੁਸਕਾਏ, ਤੇ ਇਸ ਪ੍ਰਕਾਰ ਜੋ ਬਚਨ ਲਿਖੇ ਹੋਏ ਹੈ ਉਹ ਬੇਨਤੀ ਸਮਝ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਬਚਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਰਵਣ ਕੀਤਾ ਹੈ। ਇਹ ਬੇਨਤੀ ਉਹਨਾਂ ਦੀ ਜਦੋਂ ਸੁਣੀ ਹੈ ਸੁਣ ਕੇ ਮੁਸਕਰਾਏ ਹਨ। ਦੇਸ਼ ਦੂਰ ਬਹੁ ਕਿਤ ਕੋ ਜਾਏ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਦੂਰ ਦੇਸ਼ ਦੀ ਸੰਗਤ ਨੇ ਸੁਨੇਹਾ ਇਹ ਭੇਜਿਆ ਹੈ ਤੇ ਅੱਗੇ ਬਹੁਤ ਥਾਵਾਂ ਤੇ ਅਸੀਂ ਵੱਖ-ਵੱਖ ਇਲਾਕਿਆਂ ਵਿੱਚ ਵਿਚਰੇ ਹਾਂ ਤੇ ਉੱਥੇ ਹੁਣ ਦੂਰ ਦੇਸ਼ ਵੱਲ ਕਿੱਧਰ ਜਾਣ ਦਾ ਹੁਣ ਖਿਆਲ ਅਸੀਂ ਕਰਾਂਗੇ। ਵਿਧੀ ਚੰਦ ਕੀ ਦਿਸ਼ਾ ਨਿਹਾਰਾ, ਤੇ ਇਸ ਲਈ ਇਹ ਵਿਚਾਰ ਕੇ ਕਿ ਹੁਣ ਆਪਾਂ ਤਾਂ ਜਾਵਾਂਗੇ ਨਹੀਂ, ਆਪ ਸਰੀਰ ਕਰਕੇ ਉੱਥੇ ਨਹੀਂ ਜਾਣਾ, ਇਸ ਲਈ ਭਾਈ ਵਿਧੀ ਚੰਦ ਜੀ ਨੂੰ ਉੱਥੇ ਭੇਜ ਦਈਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਸਿੱਖ ਨੂੰ ਇਹ ਸੇਵਾਵਾਂ ਤੋਂ ਪ੍ਰਸੰਨ ਹੋ ਕੇ ਭਾਈ ਵਿਧੀ ਚੰਦ ਨੂੰ ਬਚਨ ਕੀਤੇ ਹੋਏ ਹੈ। ਵਿਧੀ ਚੰਦ ਛੀਨਾ ਗੁਰੂ ਕਾ ਸੀਨਾ, ਆਪਣਾ ਸੀਨਾ ਹੋਣ ਦਾ ਖਿਤਾਬ ਮਹਾਰਾਜ ਸਾਹਿਬ ਜੀ ਨੇ ਦੇ ਕੇ ਇਸ ਤਰ੍ਹਾਂ ਭਾਈ ਵਿਧੀ ਚੰਦ ਨੂੰ ਨਿਵਾਜਿਆ ਹੈ। ਭਾਈ ਵਿਧੀ ਚੰਦ ਸਾਹਿਬ ਜੀ ਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਦੇਖਿਆ ਹੈ। ਹਿਤ ਭੇਜਨ ਕੇ ਬਾਕ ਉਚਾਰਾ, ਤੇ ਮਹਾਰਾਜ ਸਾਹਿਬ ਜੀ ਨੇ ਭਾਈ ਵਿਧੀ ਚੰਦ ਵੱਲ ਵੇਖ ਕਰਕੇ
ਭਾਈ ਸਸ ਭੇਜਣ ਵਾਸਤੇ ਬਚਨ ਕੀਤਾ। ਤੋਹਿ ਮੋਹਿ ਮੈਂ ਭੇਦ ਨ ਕੋਈ। ਤੇ ਮਹਾਰਾਜ ਸਾਹਿਬ ਬਖਸ਼ਿਸ਼ ਭਰਿਆ ਬਚਨ ਕਰਦੇ ਹਨ ਕਿ ਭਾਈ ਬਿਧੀ ਚੰਦ ਤੇਰੇ ਵਿੱਚ ਤੇ ਸਾਡੇ ਵਿੱਚ ਕੋਈ ਭੇਦ ਨਹੀਂ ਹੈ। ਤੋਹਿ ਮੋਹਿ ਮੈਂ ਭੇਦ ਨਾ ਕੋਈ, ਤੇਰੇ ਵਿੱਚ ਤੇ ਸਾਡੇ ਵਿੱਚ ਕੋਈ। ਭਾਈ ਬਿਧੀ ਚੰਦ ਅਸੀਂ ਇਉਂ ਕਹਿੰਦੇ ਹਾਂ ਕਿ ਫਰਕ ਨਹੀਂ ਹੈ, ਸਾਡਾ ਹੀ ਰੂਪ ਹੋ ਗਿਆ ਤੂੰ। ਪਹੁੰਚੋ ਤਹਾਂ ਸਿਦਕ ਲਿਹੋ ਜੋਈ। ਤੇ ਉੱਥੇ ਪਹੁੰਚਣਾ ਕਰ ਜਿੱਥੋਂ ਸੰਗਤਾਂ ਨੇ ਬੇਨਤੀ ਲਿਖ ਕਰਕੇ ਸਿੱਖਾਂ ਰਾਹੀਂ ਭੇਜੀ ਹੈ। ਉੱਥੇ ਜਾ ਕੇ ਤੂੰ ਗੁਰੂ ਘਰ ਦੀ ਵਡਿਆਈ ਸਰਵਣ ਕਰਾਉਣੀ ਹੈ ਤੇ ਸਿੱਖ ਸੰਗਤਾਂ ਦਾ ਸਿਦਕ ਦੇਖ ਲੈਣਾ ਕਰੀਂ। ਸਭ ਸੰਗਤ ਕੋ ਦਰਸ਼ਨ ਦੀਜੈ। ਤੇ ਸਾਰੀਆਂ ਸੰਗਤਾਂ ਨੂੰ ਉੱਥੇ ਜਾ ਕਰਕੇ ਤੁਸਾਂ ਦਰਸ਼ਨ ਦੇਣੇ। ਗੁਰ ਕੀ ਕਾਰ ਸੰਭਾਰ ਸੋ ਲੀਜੈ। ਤੇ ਗੁਰੂ ਘਰ ਦੀ ਜਿੰਨੀ ਕਾਰ ਭੇਟਾ ਸੰਗਤਾਂ ਇਕੱਠੀ ਕਰਕੇ ਭੇਟ ਕਰਨਗੀਆਂ ਉਹ ਸੰਭਾਲ ਲੈਣੀ ਆਪਣੇ ਪਾਸ। ਸੁਨ ਆਇਸ ਕੋ ਬਿਲਮ ਨਾ ਕਰੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਗਿਆ ਭਾਈ ਬਿਧੀ ਚੰਦ ਨੇ ਸੁਣੀ ਹੈ ਤੇ ਸੁਣ ਕੇ ਦੇਰ ਨਹੀਂ ਕੀਤੀ। ਕਵੀ ਜੀ ਦੱਸਦੇ ਆ ਕਿ ਜਦੋਂ ਹੀ ਆਗਿਆ ਭਾਈ ਬਿਧੀ ਚੰਦ ਨੂੰ ਮਿਲਦੀ ਤਾਂ ਉਸੇ ਵਕਤ ਭਾਈ ਸਾਹਿਬ ਜੀ ਦੇਰੀ ਨਾ ਕਰਦੇ। ਨਹੀਂ ਤਾਂ ਕਈ ਵਾਰ ਸਿੱਖਾਂ ਦਾ ਖਿਆਲ ਹੁੰਦਾ ਨਾ ਮਨ ਵਿੱਚ ਕਿ ਕੋਈ ਗੱਲ ਨਹੀਂ, ਅਜੇ ਇਹ ਵੇਲਾ ਨਹੀਂ ਹੈ ਬਚਨ ਮੰਨਣ ਦਾ। ਮਹਾਰਾਜ ਸਾਹਿਬ ਨੇ ਭਾਵੇਂ ਆਗਿਆ ਕੀਤੀ ਹੈ, ਚਲੋ ਇਹ ਹੋਰ ਸਿੱਖਾਂ ਦਾ ਕੰਮ ਹੋਵੇਗਾ, ਮੰਨ ਲੈਣਗੇ। ਤੇ ਆਪ ਨਾ ਸਮਝਣੀ, ਇਹ ਨਾ ਸਮਝਣਾ ਕਿ ਮੇਰੇ ਵਾਸਤੇ ਆਗਿਆ ਮਹਾਰਾਜ ਸਾਹਿਬ ਨੇ ਕੀਤੀ ਹੈ ਤੇ ਮੇਰਾ ਹੀ ਇਹਦੇ ਵਿੱਚ ਭਲਾ, ਜੇ ਸਤਿਗੁਰਾਂ ਦੀ ਆਗਿਆ ਮੰਨ ਲਵਾਂਗਾ ਤੇ ਹੁਣ ਨਾ ਮੰਨੀ ਤਾਂ ਕਦੋਂ ਮੰਨਣੀ ਕੀ ਪਤਾ। ਸਮਾਂ ਫਿਰ ਆਗਿਆ ਸੁਣਨ ਦਾ ਵੀ ਹੈਗਾ, ਮਿਲਣਾ ਕਿ ਨਹੀਂ ਮਿਲਣਾ। ਜੀਵਨ ਦਾ ਜੋ ਸਮਾਂ ਮਿਲਿਆ ਹੋਇਆ ਇਸ ਨੂੰ ਸਫਲ ਕਰ ਲਵਾਂ ਆਗਿਆ ਗੁਰੂ ਕੀ ਮੰਨ ਕੇ। ਭਾਈ ਬਿਧੀ ਚੰਦ ਨੇ ਆਪਣੇ ਜੀਵਨ ਕਾਲ ਦੌਰਾਨ ਬਹੁਤ ਸਾਰੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮੇਂ ਅਨੁਸਾਰ, ਜਿਵੇਂ ਗੁਰੂ ਕੀ ਬਾਣੀ ਦਾ ਫਰਮਾਨ ਹੈ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ। ਜਿਹੋ ਜਿਹੀ ਆਗਿਆ ਮਹਾਰਾਜ ਸਾਹਿਬ ਜੀ ਨੇ ਕੀਤੀ ਹੈ ਉਸ ਤੋਂ ਕਦੇ ਵਾਸਤੇ ਮੁਖ ਨਹੀਂ ਮੋਰਿਓ, ਮੁਖ ਨਹੀਂ ਮੋੜਿਆ। ਤੇ ਭਾਵੇਂ ਕਿ ਬਹੁਤ ਸਾਰੀ ਸੇਵਾ ਕਰਦੇ ਰਹੇ ਪਹਿਲਾਂ ਵੀ ਤੇ ਹੁਣ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਆਗਿਆ ਕੀਤੀ ਹੈ ਤਾਂ ਆਗਿਆ ਮੰਨਣ ਵਿੱਚ ਦੇਰ ਨਹੀਂ ਕੀਤੀ। ਦੇਖੋ ਕਿੰਨੀ ਸੇਵਾ ਕਰਨ ਵਾਲਾ ਸਿੱਖ ਹੈ ਭਾਈ ਬਿਧੀ ਚੰਦ, ਜਿਹਨੇ ਬਹੁਤ ਸਾਰੀਆਂ ਸੇਵਾਵਾਂ ਆਗਿਆ ਮੰਨ ਕੇ ਕੀਤੀਆਂ ਤੇ ਫਿਰ ਵੀ ਕਦੇ ਵੀ ਆਗਿਆ ਨਹੀਂ ਮੋੜੀ। ਪਰ ਸਾਡੇ ਮਨਾਂ ਵਿੱਚ ਕਈ ਵਾਰ ਖਿਆਲ ਹੁੰਦਾ ਹੈ, ਭਾਵੇਂ ਸੇਵਾ ਜੀਵਨ ਕਾਲ ਵਿੱਚ ਕੋਈ ਨਾ ਕੀਤੀ ਹੋਵੇ ਤੇ ਕਦੇ ਵੀ ਖਿਆਲ ਨਹੀਂ ਹੁੰਦਾ ਕਿ ਹੁਣ ਸੇਵਾ ਥੋੜ੍ਹੀ ਕਰ ਲਈਏ, ਕਦੇ ਤਾਂ ਆਗਿਆ ਮੰਨ ਲਈਏ, ਗੁਰੂ ਸਾਹਿਬ ਜੀ ਦੀ ਆਗਿਆ ਮੰਨ ਕੇ ਚੱਲੀਏ। ਇੰਨੀਆਂ ਬਹੁਤ ਜ਼ਿਆਦਾ ਸੇਵਾ ਦੀਆਂ ਘਾਲ ਕਮਾਈਆਂ ਕਰਨ ਵਾਲੇ, ਸੇਵਾ ਕਰਕੇ ਮਹਾਰਾਜ ਸਾਹਿਬ ਦੀਆਂ ਖੁਸ਼ੀਆਂ ਜਿਨ੍ਹਾਂ ਨੇ ਲੈ ਲਈਆਂ, ਫਿਰ ਵੀ ਆਗਿਆ ਮੰਨਣ ਤੋਂ ਸੰਕੋਚ ਨਹੀਂ ਕਰਦੇ, ਆਲਸ ਨਹੀਂ ਕਰਦੇ। ਆਲਸ ਨਹੀਂ ਕੀਤਾ ਭਾਈ ਬਿਧੀ ਚੰਦ ਜੀ ਨੇ ਜਦੋਂ ਸਤਿਗੁਰਾਂ ਨੇ ਆਗਿਆ ਕੀਤੀ ਕਿ ਭਾਈ ਬਿਧੀ ਚੰਦ ਤੈਨੂੰ ਅਸੀਂ ਸੰਗਤਾਂ ਦੇ ਪਾਸ ਦੂਰ ਦੁਰਾਡੇ ਇਲਾਕੇ ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਲਈ ਭੇਜਦੇ ਹਾਂ। ਆਗਿਆ ਜਿਉਂ ਹੀ ਸੁਣੀ ਹੈ ਤਾਂ ਉਸੇ ਵਕਤ ਦੇਰ ਨਹੀਂ ਕੀਤੀ, ਆਲਸ ਨਹੀਂ ਕੀਤਾ। ਚਲਨ ਹੇਤ ਮਨਸਾ ਔਰ ਧਰੀ। ਤੇ ਜਾਣ ਵਾਸਤੇ ਆਪਣੇ ਹਿਰਦੇ ਦੇ ਵਿੱਚ ਮਨਸਾ ਧਾਰਨ ਕਰ ਲਈਏ ਕਿ ਮੈਂ ਜਾਣਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਜੋ ਆਗਿਆ ਉਸ ਅਨੁਸਾਰ ਹੁਣ ਮੈਂ ਮੰਨਣਾ ਹੈ, ਬਚਨ ਗੁਰੂ ਕਾ ਮੰਨ ਕੇ ਮੈਂ ਜਾਵਾਂਗਾ। ਤੇ ਨਹੀਂ ਤਾਂ ਕਈ ਵਾਰ ਖਿਆਲ ਹੁੰਦਾ ਨਾ ਬਹੁਤੇ ਜ਼ਿਆਦਾ ਸਾਡੇ ਮਨਾਂ ਵਿੱਚ ਖਿਆਲ ਇਹ ਆਉਂਦੇ ਆ ਕਿ ਚਲੋ ਕੋਈ ਗੱਲ ਨਹੀਂ, ਕਈ ਵਿਚਾਰਾਂ ਕਰਨੀਆਂ ਕਿ ਕਿਸ ਤਰ੍ਹਾਂ ਇਹ ਆਗਿਆ ਮੰਨੀ ਜਾਵੇਗੀ ਕਿ ਨਾ ਮੰਨੀ ਜਾਵੇਗੀ, ਮੈਂ ਮੰਨ ਸਕਾਂਗਾ ਕਿ ਨਾ ਮੰਨ ਸਕਾਂਗਾ। ਨਾ ਪੱਖੀ ਵਿਚਾਰ ਹੀ ਆਉਂਦੀ ਹੈ, ਚਲੋ ਨਹੀਂ ਮੰਨੀ ਜਾਣੀ, ਇਹ ਸਾਡੇ ਵੱਸ ਦੀ ਗੱਲ ਨਹੀਂ ਹੈ, ਇਹ ਤਾਂ ਹੋਰ ਗੁਰਸਿੱਖ ਕੋਈ ਮੰਨਣਗੇ, ਸਾਡੇ ਵਿੱਚ ਇੰਨੀ ਸਮਰੱਥਾ ਨਹੀਂ। ਭਾਈ ਜਦੋਂ ਪਹਿਲਾਂ ਹੀ ਨਾ ਪੱਖੀ ਸੋਚ ਕਰ ਲਈ ਹੈ ਤਾਂ ਆਗਿਆ ਕੀ ਮੰਨਣੀ ਹੈ। ਹਰ ਵੇਲੇ ਹੋਵੇ ਅਰਦਾਸ ਹੋਵੇ ਕਿ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਆਗਿਆ ਅਨੁਸਾਰ ਚੱਲਣਾ ਹੈ। ਸੋ ਇਸ ਤਰ੍ਹਾਂ ਦੀ ਭਾਵਨਾ ਵਾਲੇ ਭਾਈ ਬਿਧੀ ਚੰਦ ਜੀ ਨੇ ਉਸੇ ਵਕਤ ਦੇਰ ਨਹੀਂ ਕੀਤੀ, ਮਨ ਵਿੱਚ ਮਨਸਾ ਧਾਰ ਲਈਏ ਕਿ ਮੈਂ ਜਾਵਾਂਗਾ।
चरण कमल को बंधन ਤੇ करके ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਕਮਲਾਂ ਨੂੰ ਨਮਸਕਾਰ ਕਰਕੇ गमन्यो विधि चंद हित धर के ਭਾਈ ਬਿਧੀ ਚੰਦ ਜੀ ਪ੍ਰੇਮ ਧਾਰ ਕਰਕੇ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਕੇ ਚੱਲ ਪਏ ਹਨ ਤਿਆਰੀ ਕਰਕੇ। दोहरा अजमत दे श्री सतगुरु ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿਸ ਭਾਈ ਬਿਧੀ ਚੰਦ ਜੀ ਨੂੰ ਸੇਵਾ ਦੀ ਘਾਲ ਕਮਾਈ ਤੋਂ ਪ੍ਰਸੰਨ ਹੋ ਕੇ ਅਜਮਤ ਕਰਾਮਾਤ ਬਖਸ਼ਿਸ਼ ਕੀਤੀ ਹੋਈ ਹੈ। ਸਤਿਗੁਰੂ ਜੀ ਦਾ ਬਚਨ ਮੰਨਿਆ ਤਾਂ ਹੀ ਸਤਿਗੁਰਾਂ ਨੇ ਅਜਮਤ ਦਿੱਤੀ ਹੈ, ਸ਼ਕਤੀ ਦਿੱਤੀ ਹੈ। ਤੇ ਅੱਜ ਕੱਲ ਦੇ ਕਈ ਐਸੇ ਲੋਕ ਹਨ, ਨਾਮ ਤਾਂ ਉਹ ਗੁਰਮਤ ਦੇ ਪ੍ਰਚਾਰਕਾਂ ਵਾਲਾ ਉਹਨਾਂ ਨੇ ਸਿੱਖਾਂ ਦਾ ਹੀ ਕਹਾਇਆ ਹੁੰਦਾ ਹੈ, ਦੱਸਦੇ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਨੇ, ਕਹਿੰਦੇ ਕੋਈ ਸ਼ਕਤੀ ਨਹੀਂ ਹੁੰਦੀ, ਕੋਈ ਕਰਾਮਾਤ ਨਹੀਂ ਹੁੰਦੀ। ਨਾ ਹੀ ਗੁਰੂ ਸਾਹਿਬ ਵਿੱਚ ਸ਼ਕਤੀ ਕਰਾਮਾਤ ਮੰਨਦੇ ਹੈ ਤੇ ਨਾ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦਾ ਹੀ ਵਰਣਨ ਕਰਦੇ, ਨਾ ਇਹ ਦੱਸਦੇ ਹੈ ਕਿ ਗੁਰੂ ਸਾਹਿਬ ਵੀ ਕਿਸੇ ਨੂੰ ਆਪਣੇ ਸਿੱਖ ਨੂੰ ਕਰਾਮਾਤ ਸ਼ਕਤੀ ਬਖਸ਼ਦੇ, ਐਸਾ ਨਹੀਂ ਕਹਿੰਦੇ। ਭਰੋਸਾ ਨਹੀਂ, ਨਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪੂਰਨ ਹੋਣ ਦਾ ਭਰੋਸਾ ਹੈ ਤੇ ਨਾ ਹੀ ਸਿੱਖਾਂ ਦੀ ਪੂਰਨਤਾ ਦਾ ਵਿਸ਼ਵਾਸ ਹੈ। ਜਿਸ ਨੂੰ ਆਪਣੇ ਗੁਰੂ ਤੇ ਨਾ ਵਿਸ਼ਵਾਸ ਹੋਵੇ ਤਾਂ ਸਿੱਖ ਤੇ ਤਾਂ ਉਸ ਨੂੰ ਕੀ ਨਿਸ਼ਚਾ ਭਰੋਸਾ ਹੋਣਾ ਹੈ। ਤੇ ਐਸੇ ਲੋਕਾਂ ਤੋਂ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰਚਾਰ ਸੁਣਨ ਵਾਲੇ ਆ, ਜਿਨ੍ਹਾਂ ਦੇ ਮਨ ਦੇ ਵਿੱਚ ਕਚਿਆਈ ਹੈ ਨਾ, ਉਹ YouTube ਤੋਂ ਅਖੌਤੀ ਪ੍ਰਚਾਰਕ ਜਿਹੜੇ ਕਿ ਨਾਸਤਿਕ ਪ੍ਰਚਾਰਕ ਨੇ, ਉਹਨਾਂ ਤੋਂ ਅਖੌਤੀ ਪ੍ਰਚਾਰਕ ਜਿਹੜੇ ਕਿ ਨਾਸਤਿਕ ਪ੍ਰਚਾਰਕ ਨੇ, ਉਹਨਾਂ ਤੋਂ ਕਿਹਾ ਹੋਇਆ ਰਿਕਾਰਡਿੰਗ ਕੀਤੀਆਂ ਹੋਈਆਂ ਜੋ ਲੈਕਚਰ ਆਦਿਕ ਨੇ, ਉਹਨਾਂ ਦੇ ਆਪਣੇ ਮਨਾਂ ਦੇ ਖਿਆਲਾਂ ਅਨੁਸਾਰ ਆਪਣੀ ਸੋਚ ਮੁਤਾਬਕ ਤੇ ਉਹ ਬਹੁਤ ਸੁਣਦੇ ਹੈ। ਉਹ ਕਹਿੰਦੇ ਇਹ ਹਨ ਕਿ ਗੁਰਮਤ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ। ਜਿਹੜੇ ਬੇਸਮਝ ਲੋਕ ਨੇ, ਗੁਰਮਤ ਤੋਂ ਜਾਣੂ ਨਹੀਂ, ਪੂਰੇ ਪਰਪੱਕ ਨਹੀਂ ਹਨ ਗੁਰਮਤ ਵਿੱਚ, ਜਿਨ੍ਹਾਂ ਨੂੰ ਗੁਰਬਾਣੀ ਦਾ ਤੇ ਗੁਰੂ ਸਾਹਿਬ ਜਿਹੜੇ ਬੇਸਮਝ ਲੋਕ ਨੇ, ਗੁਰਮਤ ਤੋਂ ਜਾਣੂ ਨਹੀਂ, ਪੂਰੇ ਪਰਪੱਕ ਨਹੀਂ ਹਨ ਗੁਰਮਤ ਵਿੱਚ, ਜਿਨ੍ਹਾਂ ਨੂੰ ਗੁਰਬਾਣੀ ਦਾ ਤੇ ਗੁਰੂ ਸਾਹਿਬ ਜੀ ਦੇ ਇਤਿਹਾਸ ਦੁਆਰਾ ਕੋਈ ਬੋਧ ਨਹੀਂ, ਸਮਝ ਨਹੀਂ ਹੈ, ਨਿਸ਼ਚਾ ਭਰੋਸਾ ਨਹੀਂ ਹੈ, ਉਹਨਾਂ ਤੋਂ ਸੁਣ ਕੇ ਉਹ ਭਰਮ ਜਾਂਦੇ ਹੈ। ਤੇ ਉਹਨਾਂ ਤੋਂ ਸੁਣ ਕੇ ਫਿਰ ਗੁਰੂ ਸਾਹਿਬ ਜੀ ਤੋਂ ਉਹ ਸ਼ਰਧਾ ਉਠਾ ਲੈਂਦੇ ਹਨ ਤੇ ਗੁਰਸਿੱਖਾਂ ਪ੍ਰਤੀ ਵੀ ਸ਼ਰਧਾ ਉਹਨਾਂ ਦੀ, ਗੁਰੂ ਕੇ ਸਿੱਖਾਂ ਪ੍ਰਤੀ, ਸੰਤਾਂ ਮਹਾਤਮਾ ਦੇ ਜੀਵਨ ਪ੍ਰਤੀ ਵੀ ਕੋਈ ਨਹੀਂ ਰਹਿੰਦੀ। ਤੇ ਸਭ ਨੂੰ ਇੱਕੋ ਜਿਹਾ ਹੀ, ਸਭ ਨਾਲ ਪਖੰਡੀਆਂ ਦੇ ਨਾਲ ਹੀ ਰਲਾਈ ਜਾਂਦੇ ਹੈ ਕਿ ਸੰਤ ਮਹਾਤਮਾ ਦੀ ਵੀ ਉਹ ਨਿੰਦਾ ਪਖੰਡੀਆਂ ਦੇ ਨਾਲ ਰਲਾ ਕੇ, ਡੇਰੇਦਾਰਾਂ ਪਖੰਡੀਆਂ ਦੇ ਨਾਲ, ਦੰਭੀਆਂ ਦੇ ਨਾਲ ਰਲਾ ਕੇ ਕਰਦੇ ਨੇ ਕਿ ਉਹ ਵੀ ਉਹੋ ਜਿਹੇ ਹੋਏ ਹਨ, ਜਿਨ੍ਹਾਂ ਨੇ ਗੁਰਸਿੱਖੀ ਕਮਾਈ, ਸਾਰਾ ਜੀਵਨ ਨਾਮ ਜਪਿਆ, ਸੇਵਾ ਸਿਮਰਨ, ਪਰਉਪਕਾਰ ਕੀਤਾ, ਉਹਨਾਂ ਦੀ ਵੀ ਨਿੰਦਾ ਕਰਦੇ ਹਨ।